बेशक मैं बहुत छोटा सी, पर मैनू ਇੰਨੀ ਕੁ ਸਮਝ ਸੀ ਕਿ ਜਿਸ ਸਰਦਾਰ ਦੇ ਘਰੇ ਮੇਰੀ ਮੰਮੀ ਕੰਮ ਕਰਦੀ ਸੀ, ਉਹ ਸਰਦਾਰ ਦੀ ਝਾਕਣੀ ਚੰਗੀ ਨਹੀਂ ਸੀ। ਮੇਰੀ ਮੰਮੀ ਉਹਨਾਂ ਦੇ ਘਰ ਉਹਨਾਂ ਦੇ ਡੰਗਰਾਂ ਦਾ ਗੋਹਾ ਕੂੜਾ ਸੁੱਟਦੀ ਸੀ ਤੇ ਇੱਕ ਦਿਨ ਸਰਦਾਰ ਨੇ ਮੇਰੀ ਮੰਮੀ ਨੂੰ ਜੋ ਕਿਹਾ, ਉਹ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਗੱਲ ਉਦੋਂ ਦੀ ਹੈ ਜਦੋਂ ਮੇਰੀ ਉਮਰ 6 ਸਾਲ ਦੀ ਸੀ ਤੇ ਮੈਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਮੇਰਾ ਬਚਪਨ ਤੋਂ ਹੀ ਸੁਪਨਾ ਸੀ ਕਿ ਮੈਂ ਕੁਝ ਨਾ ਕੁਝ ਜ਼ਰੂਰ ਬਣਾਂਗਾ ਤੇ ਇਹੀ ਮੇਰੀ ਮਾਂ ਕਹਿੰਦੀ ਹੁੰਦੀ ਸੀ। ਸਾਡੇ ਘਰ ਵਿੱਚ ਬੱਤੀ ਨਹੀਂ ਲੱਗੀ ਸੀ ਤੇ ਮੈਂ ਲਾਲਟਨ ਦੇ ਚਾਨਣ ਤੇ ਪੜ੍ਹਦਾ ਹੁੰਦਾ ਸੀ। ਮੇਰੇ ਬਾਪੂ ਵੱਡੇ ਸਰਦਾਰਾਂ ਦੇ ਘਰ ਸੀਰੀ ਲੱਗੇ ਸੀ, ਪਰ ਫਿਰ ਵੀ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ ਤੇ ਮੇਰੀ ਮਾਂ ਨੇ ਮੇਰੀ ਚੰਗੀ ਪੜ੍ਹਾਈ ਲਿਖਾਈ ਦੇ ਲਈ ਵੱਡੇ ਸਰਦਾਰਾਂ ਦੇ ਘਰੇ ਗੋਹਾ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ। ਮੇਰੀ ਮਾਂ ਦੀ ਉਮਰ ਉਸ ਵਕਤ 25-26 ਸਾਲ ਦੀ ਹੋਵੇਗੀ ਤੇ ਸਰਦਾਰ ਦੀ ਉਮਰ 50-55 ਸਾਲ। ਮੇਰੀ ਮਾਂ ਸਰਦਾਰ ਨੂੰ ਬਾਪੂ ਜੀ ਕਹਿ ਕੇ ਬੁਲਾਉਂਦੀ ਸੀ, ਪਰ ਬਾਪੂ ਜੀ ਸੁਣਨਾ ਸਰਦਾਰ ਨੂੰ ਚੰਗਾ ਨਹੀਂ ਲੱਗਦਾ ਸੀ। ਜਦੋਂ ਮੇਰੀ ਮਾਂ ਉਹਨਾਂ ਦੇ ਘਰੇ ਗੋਹਾ ਕੂੜਾ ਸੁੱਟਦੀ ਤਾਂ ਸਰਦਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਮੇਰੇ ਪਿਓ ਨੂੰ ਖੇਤ ਭੇਜ ਦਿੰਦਾ ਸੀ। ਇੱਕ ਦਿਨ ਮੈਂ ਆਪਣੀ ਮਾਂ ਦੇ ਨਾਲ ਸਰਦਾਰ ਦੇ ਘਰ ਗਿਆ ਸੀ। ਮੇਰੀ ਮਾਂ ਨੇ ਮੈਨੂੰ ਇੱਕ ਪਾਸੇ ਬਿਠਾ ਦਿੱਤਾ ਤੇ ਕਿਹਾ, ਪੁੱਤ, ਸਰਦਾਰਾਂ ਦੀ ਕਿਸੇ ਵੀ ਚੀਜ਼ ਨੂੰ ਹੱਥ ਨਾ ਲਾਈ। ਮੈਂ ਇੱਕ ਨੁੱਕਰ ਵਿੱਚ ਬੈਠਾ ਰਿਹਾ। ਸਾਹਮਣੇ ਇੱਕ ਬਹੁਤ ਸੋਹਣਾ ਬੱਚਿਆਂ ਦੇ ਖੇਡਣ ਵਾਲਾ ਟਰੈਕਟਰ ਪਿਆ ਸੀ। ਦਿਲ ਤਾਂ ਬਹੁਤ ਕਰਦਾ ਸੀ ਕਿ ਮੈਂ ਉਹਦੇ ਨਾਲ ਖੇਡਾਂ, ਪਰ ਮੈਂ ਸਰਦਾਰਾਂ ਤੋਂ ਡਰਦੇ ਨੇ ਉਸ ਟਰੈਕਟਰ ਨੂੰ ਹੱਥ ਤੱਕ ਨਹੀਂ ਲਾਇਆ ਤੇ ਦੂਰੋਂ ਹੀ ਬੈਠਾ ਦੇਖਦਾ ਰਿਹਾ। ਮੈਂ ਦੇਖ ਰਿਹਾ ਸੀ ਕਿ ਮੇਰੀ ਮਾਂ ਗੋਹਾ ਕੂੜਾ ਸੁੱਟ ਰਹੀ ਸੀ ਤੇ ਸਰਦਾਰ ਦੀ ਨਿਗਾਹ ਮੇਰੀ ਮਾਂ ਦੇ ਵਿੱਚ ਸੀ। ਬੇਸ਼ੱਕ ਮੈਨੂੰ ਉਦੋਂ ਇੰਨੀ ਕੁ ਸਮਝ ਨਹੀਂ ਸੀ, ਪਰ ਮੈਨੂੰ ਪਤਾ ਲੱਗਦਾ ਸੀ ਕਿ ਸਰਦਾਰ ਮੇਰੀ ਮਾਂ ਵੱਲ ਦੇਖ ਰਿਹਾ ਹੈ। ਫਿਰ ਸਰਦਾਰ ਉੱਠਿਆ ਤੇ ਉਹ ਮੇਰੀ ਮਾਂ ਕੋਲ ਗਿਆ ਅਤੇ ਕਹਿਣ ਲੱਗਾ, ਪ੍ਰੀਤ ਕੁੜੇ, ਜੇ ਬੱਠਲ ਭਾਰਾ ਹੈ ਤਾਂ ਮੈਂ ਚੁਕਾਵਾਂ? ਪਰ ਮੇਰੀ ਮਾਂ ਨੇ ਚੁੰਨੀ ਦਾ ਪੱਲਾ ਠੀਕ ਕਰਦੇ ਹੋਏ ਕਿਹਾ, ਨਹੀਂ ਬਾਪੂ ਜੀ, ਮੈਂ ਆਪੇ ਚੁੱਕ ਲਵਾਂਗੀ। ਤੁਸੀਂ ਜਾ ਕੇ ਮੰਜੇ ਤੇ ਬੈਠ ਜਾਓ, ਤੁਹਾਡੇ ਕੱਪੜੇ ਖਰਾਬ ਹੋ ਜਾਣਗੇ। ਜੇਕਰ ਤੁਹਾਡੇ ਕੱਪੜਿਆਂ ਤੇ ਗੋਹਾ ਲੱਗ ਗਿਆ। ਪਰ ਸਰਦਾਰ ਜਿੱਦ ਕਰ ਰਿਹਾ ਸੀ। ਮੇਰੀ ਮਾਂ ਨੇ ਆਪ ਔਖੀ ਹੋ ਕੇ ਬੱਠਲ ਚੁੱਕਿਆ ਤੇ ਸਰਦਾਰ ਕੋਲ ਖੜਾ ਵੇਖਦਾ ਹੀ ਰਹਿ ਗਿਆ। ਫਿਰ ਉਸਨੇ ਇੱਕ ਘੂਰੀ ਜਿਹੀ ਬੱਟੀ ਤੇ ਉਹ ਆ ਕੇ ਮੰਜੇ ਤੇ ਬੈਠ ਗਿਆ। ਮੇਰਾ ਬਾਪੂ ਸਾਰਾ ਦਿਨ ਸਰਦਾਰਾਂ ਦੇ ਖੇਤਾਂ ਵਿੱਚ ਕੰਮ ਕਰਦਾ। 10-12 ਦਿਨ ਹੋ ਗਏ ਸੀ। ਹੁਣ ਤਾਂ ਬਾਪੂ ਰਾਤ ਨੂੰ ਵੀ ਸਰਦਾਰਾਂ ਦੇ ਖੇਤ ਹੀ ਰਹਿੰਦਾ ਸੀ ਤੇ ਉੱਥੇ ਹੀ ਸੌਂ ਜਾਂਦਾ ਸੀ। ਮੈਂ ਮਾਂ ਨੂੰ ਪੁੱਛਦਾ ਕਿ ਬਾਪੂ ਰਾਤ ਨੂੰ ਘਰੇ ਕਿਉਂ ਨਹੀਂ ਆਉਂਦਾ। ਮੇਰੀ ਮਾਂ ਇੱਕ ਠੰਡਾ ਹੋਕਾ ਭਰਦੀ ਤੇ ਆਖਦੀ, ਪੁੱਤ, ਸਰਦਾਰਾਂ ਦੇ ਖੇਤ ਪਾਣੀ ਲੱਗਦਾ ਹੈ ਤੇ ਰਾਤ ਦੀਆਂ ਵਾਰੀਆਂ ਹੁੰਦੀਆਂ ਨੇ, ਇਸ ਕਰਕੇ ਤੇਰਾ ਬਾਪੂ ਘਰੇ ਨਹੀਂ ਆ ਸਕਦਾ। ਇੱਕ ਦਿਨ ਮੈਂ ਸਕੂਲ ਗਿਆ ਹੋਇਆ ਸੀ। ਜਦੋਂ ਮੈਨੂੰ ਸਕੂਲ ਤੋਂ ਛੁੱਟੀ ਹੋਈ ਤਾਂ ਮੈਂ ਸਕੂਲੋਂ ਆਉਂਦਾ ਸੀ। ਉਸ ਵਕਤ ਸਰਦਾਰ ਸਾਡੇ ਵਿਹੜੇ ਵਿੱਚ ਖੜਾ ਸੀ ਤੇ ਮਾਂ ਨੂੰ ਕਹਿ ਰਿਹਾ ਸੀ, ਪ੍ਰੀਤ ਕੁੜੇ, ਮੈਨੂੰ ਤੇਰੇ ਤੇ ਬਹੁਤ ਤਰਸ ਆਉਂਦਾ ਹੈ। ਬੰਤਾ ਤਾਂ ਸਾਰਾ ਦਿਨ ਸਾਡੇ ਕੰਮ ਕਰਦਾ ਹੀ ਰਹਿੰਦਾ ਹੈ, ਉਸਨੂੰ ਤਾਂ ਤੇਰਾ ਬਿਲਕੁਲ ਵੀ ਖਿਆਲ ਨਹੀਂ। ਅੱਗੋਂ ਮੇਰੀ ਮਾਂ ਕਹਿ ਰਹੀ ਸੀ, ਬਾਪੂ ਜੀ, ਜੇਕਰ ਉਹ ਕੰਮ ਕਰਦੇ ਨੇ ਤਾਂ ਮੈਂ ਤੇ ਮੇਰਾ ਪੁੱਤ 2 ਵਕਤ ਦੀ ਰੋਟੀ ਰੱਜ ਕੇ ਖਾਂਦੇ ਹਾਂ। ਉਹਨਾਂ ਨੇ ਮੈਨੂੰ ਦੇਖਿਆ ਨਹੀਂ ਸੀ ਤੇ ਸਰਦਾਰ ਬੋਲ ਰਿਹਾ ਸੀ, ਰੋਟੀ ਤਾਂ ਤੈਨੂੰ 2 ਵਕਤ ਦੀ ਮੈਂ ਵੀ ਦੇ ਸਕਦਾ, ਜੇਕਰ ਤੂੰ ਹਾਂ ਕਰੇ ਤਾਂ। ਸਰਦਾਰ ਅਗਾਂਹ ਨੂੰ ਸਾਡੇ ਕਮਰੇ ਵੱਲ ਨੂੰ ਤੁਰਿਆ ਜਾ ਰਿਹਾ ਸੀ ਤੇ ਮੇਰੀ ਮਾਂ ਇੱਕ ਖੂੰਜੇ ਲੱਗੀ ਸੀ। ਸਰਦਾਰ ਨੇ ਮੁੱਛਾਂ ਨੂੰ ਵੱਟ ਦਿੱਤਾ ਅਤੇ ਕਿਹਾ, ਪ੍ਰੀਤ ਕੁਰੇ, ਇਹ ਤੇਰੀ ਜ਼ਿੰਦਗੀ ਤੇ ਇਹ ਜਵਾਨੀ ਬਾਰ-ਬਾਰ ਨਹੀਂ ਆਉਂਦੀ। ਕਿਉਂ ਸਾਰਾ ਦਿਨ ਗੋਹੇ ਵਿੱਚ ਲਿਬੜੀ ਰਹਿਣੀ ਏ?
ਮੈਂ ਤੈਨੂੰ ਰਾਣੀ ਬਣਾ ਕੇ ਰੱਖੂੰਗਾ। ਅੱਗੋਂ ਮੇਰੀ ਮਾਂ ਸਰਦਾਰ ਨੂੰ ਭੁੱਖੀ ਸ਼ੇਰਨੀ ਵਾਂਗ ਪੈ ਗਈ ਸੀ। ਬਾਪੂ ਜੀ ਨੇ ਕੰਮ ਕਰਨਾ ਸਾਡੀ ਕਿਸਮਤ ਆ, ਨਾਲੇ ਮਿਹਨਤ ਕਰਨੀ ਕੋਈ ਮਾੜੀ ਗੱਲ ਨਹੀਂ। ਅਸੀਂ ਆਪਣੀ ਮਿਹਨਤ ਨਾਲ ਆਪਣਾ ਬੱਚਾ ਪੜ੍ਹਾ ਲਿਖਾ ਰਹੇ ਹਾਂ। ਪਰ ਆ ਜਿਹੜੀਆਂ ਤੂੰ ਗੰਦੀਆਂ ਹਰਕਤਾਂ ਕਰਦਾ ਹੈ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਉਹਨਾਂ ਦੇ ਪਿੱਛੇ ਖੜਾ ਹਾਂ, ਤਾਂ ਸਰਦਾਰ ਨੇ ਮੇਰੇ ਵੱਲ ਵੇਖਿਆ ਤੇ ਕਿਹਾ, ਪ੍ਰੀਤ ਕੁੜੇ, ਇੰਜ ਨਹੀਂ ਜਵਾਕ ਪੜ੍ਹਾਏ ਜਾਂਦੇ। ਮੈਂ ਵੀ ਦੇਖਦਾ ਕਿ ਤੂੰ ਕਿਹੜਾ ਆਪਦੇ ਮੁੰਡੇ ਨੂੰ ਡੀਸੀ ਲਵਾ ਲਵੇਂਗੀ। ਆਖਰ ਨੂੰ ਵੱਡਾ ਹੋ ਕੇ ਇਹਨੇ ਵੀ ਸਾਡੇ ਖੇਤਾਂ ਵਿੱਚ ਹੀ ਕੰਮ ਕਰਨਾ। ਸੀਰੀ ਤਾਂ ਇਹਨੂੰ ਮੈਂ ਹੀ ਰੱਖਾਂਗਾ। ਸਰਦਾਰ ਦੇ ਮੂੰਹੋਂ ਨਿਕਲੇ ਇਹ ਬੋਲ ਅੱਜ ਤੱਕ ਮੇਰੇ ਕੰਨਾਂ ਵਿੱਚ ਗੂੰਜਦੇ ਨੇ। ਉਸ ਦਿਨ ਤੋਂ ਮੈਂ ਪੱਕਾ ਠਾਣ ਲਿਆ ਸੀ ਕਿ ਮੈਂ ਜ਼ਿੰਦਗੀ ਵਿੱਚ ਕੁਝ ਨਾ ਕੁਝ ਬਣ ਕੇ ਹੀ ਰਹਾਂਗਾ ਤੇ ਮੈਂ ਆਪਣੀ ਮਾਂ ਦੇ ਸਿਰ ਤੋਂ ਗੋਹੇ ਦਾ ਟੋਕਰਾ ਲਾ ਕੇ ਹੀ ਸਾਹ ਲਵਾਂਗਾ। ਮੈਂ ਬਹੁਤ ਮਿਹਨਤ ਕੀਤੀ। ਰਾਤ ਨੂੰ ਲਾਲਟੈਨ ਜਗਾ ਕੇ ਪੜ੍ਹਨਾ ਜਾਂ ਫਿਰ ਆਂਢ ਗੁਆਂਢ ਜਿਸ ਦੇ ਘਰ ਅੱਗੇ ਲਾਈਟ ਲੱਗੀ ਹੁੰਦੀ ਸੀ, ਉਸ ਦੀ ਲਾਈਟ ਥੱਲੇ ਜਾ ਕੇ ਪੜ੍ਹਨਾ। ਮੇਰੀ ਮਾਂ ਨੇ ਓਨਾ ਸਮਾਂ ਮੇਰੇ ਕੋਲ ਜਾਗਦੀ ਬੈਠੀ ਰਹਿਣਾ। ਹੁਣ ਮੇਰੇ ਪੇਪਰ ਦੀ ਤਿਆਰੀ ਚੱਲ ਰਹੀ ਸੀ, ਪਰ ਪੇਪਰ ਭਰਨ ਲਈ ਮੈਨੂੰ ਪੈਸੇ ਚਾਹੀਦੇ ਸੀ ਜੋ ਮੇਰੀ ਮਾਂ ਕੋਲ ਨਹੀਂ ਸਨ। ਜੋ ਉਹ ਗੋਹਾ ਕੂੜਾ ਸੁੱਟ ਕੇ ਪੈਸੇ ਕਮਾਉਂਦੀ ਸੀ, ਉਹਦੇ ਨਾਲ ਤਾਂ ਘਰ ਦਾ ਰਾਸ਼ਨ ਹੀ ਆਉਂਦਾ ਸੀ, ਤੇ ਜੋ ਬਾਪੂ ਜੀ ਨੂੰ ਪੈਸੇ ਮਿਲਦੇ ਸੀ, ਉਹਦੇ ਨਾਲ ਬੇਬੇ ਤੇ ਬਾਪੂ ਦੀ ਥੋੜੀ ਬਹੁਤੀ ਦਵਾਈ ਆ ਜਾਂਦੀ ਸੀ। ਮੈਨੂੰ ਬਿਨਾਂ ਦੱਸੇ ਹੀ ਬੇਬੇ ਨੇ ਆਪਣੇ ਕੰਨਾਂ ਵਿੱਚੋਂ ਵਾਲੀਆਂ ਲਾ ਕੇ ਵੇਚ ਦਿੱਤੀਆਂ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ, ਕਿਉਂਕਿ ਉਹ ਵਾਲੀਆਂ ਮੇਰੀ ਨਾਨੀ ਦੀ ਨਿਸ਼ਾਨੀ ਸੀ। ਪਰ ਮੇਰੀ ਬੇਬੇ ਨੇ ਕਿਹਾ ਕਿ ਪੁੱਤ, ਜੇਕਰ ਤੂੰ ਇਸ ਪੇਪਰ ਵਿੱਚੋਂ ਪਾਸ ਹੋ ਗਿਆ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਵੇਗੀ। ਮੈਂ ਪੇਪਰ ਦੇ ਦਿੱਤਾ ਤੇ ਅੱਜ ਪੇਪਰ ਦਾ ਰਿਜ਼ਲਟ ਆਉਣਾ ਸੀ। ਮੈਂ ਰਿਜ਼ਲਟ ਸੁਣਨ ਸ਼ਹਿਰ ਗਿਆ। ਮੈਂ ਪੇਪਰ ਵਿੱਚੋਂ ਪਾਸ ਹੋ ਗਿਆ ਸੀ, ਉਹ ਵੀ ਪਹਿਲੇ ਦਰਜੇ ਤੇ। ਮੈਂ ਇੱਕ ਮਠਿਆਈ ਦਾ ਡੱਬਾ ਲੈ ਕੇ ਘਰ ਵੱਲ ਨੂੰ ਭੱਜਿਆ ਆਉਂਦਾ ਸੀ ਤੇ ਕਹਿੰਦਾ ਆਉਂਦਾ ਸੀ, ਲੈ ਬੇਬੇ, ਅੱਜ ਤੇਰਾ ਪੁੱਤ ਡੀਸੀ ਲੱਗ ਗਿਆ। ਜਦੋਂ ਮੈਂ ਘਰ ਆਇਆ ਤਾਂ ਸਾਡੇ ਵਿਹੜੇ ਵਿੱਚ ਬਹੁਤ ਭਾਰੀ ਇਕੱਠ ਸੀ। ਜਦੋਂ ਮੈਂ ਅਗਾਂਹ ਹੋ ਕੇ ਦੇਖਿਆ ਤਾਂ ਮੇਰਾ ਬਾਪੂ ਮੰਜੇ ਤੇ ਪਿਆ ਸੀ ਤੇ ਉਸਦੇ ਕੋਲ ਬੈਠੀ ਬੇਬੇ ਉੱਚੀ ਉੱਚੀ ਰੋ ਰਹੀ ਸੀ। ਗਵਾਂਢਣ ਤਾਈ ਨੇ ਦੱਸਿਆ ਕਿ ਪੁੱਤ, ਤੇਰਾ ਬਾਪੂ ਚੱਲ ਵਸਿਆ ਹੈ। ਉੱਥੇ ਹੀ ਮੇਰੇ ਹੱਥੋਂ ਮਠਿਆਈ ਦਾ ਡੱਬਾ ਡਿੱਗ ਪਿਆ। ਮੈਂ ਸੁੰਨ ਹੋ ਗਿਆ। ਸੋਚ ਰਿਹਾ ਸੀ ਕਿ ਸਾਰੀ ਉਮਰ ਬੇਬੇ ਤੇ ਬਾਪੂ ਨੇ ਭਾਰ ਢੋਇਆ ਹੈ। ਬੇਬੇ ਤੇ ਬਾਪੂ ਨੇ ਕਦੇ ਵੀ ਇਕੱਠਿਆਂ ਬੈਠ ਕੇ ਰੋਟੀ ਨਹੀਂ ਖਾਧੀ ਸੀ। ਬਾਪੂ ਨੇ ਸਾਰੀ ਉਮਰ ਸੀਰਪੁਣੇ ਵਿੱਚ ਕੱਢ ਦਿੱਤੀ ਸੀ ਤੇ ਬੇਬੇ ਨੇ ਗੋਹਾ ਸੁੱਟ ਕੇ। ਅੱਜ ਵਕਤ ਆਇਆ ਸੀ ਕਿ ਮੈਂ ਆਪਣੇ ਬੇਬੇ ਤੇ ਬਾਪੂ ਨੂੰ ਬਿਠਾ ਕੇ ਰੋਟੀ ਖਵਾ ਸਕਦਾ ਸੀ, ਤਾਂ ਅੱਜ ਰੱਬ ਨੇ ਬਾਪੂ ਖੋਹ ਲਿਆ। ਸਾਡੀ ਗਰੀਬਾਂ ਦੀ ਜ਼ਿੰਦਗੀ ਅਜਿਹੀ ਹੀ ਹੁੰਦੀ ਹੈ। ਉਸ ਦੀ ਮੌਤ ਤੋਂ 1 ਮਹੀਨਾ ਬਾਅਦ ਮੈਂ ਬੇਬੇ ਨੂੰ ਲੈ ਕੇ ਸ਼ਹਿਰ ਚਲਿਆ ਗਿਆ। ਅਸੀਂ ਹੁਣ ਸ਼ਹਿਰ ਰਹਿਣ ਲੱਗ ਪਏ। ਘਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਤੰਗੀ ਨਹੀਂ ਸੀ। ਮੈਂ ਆਪਣੀ ਮਾਂ ਨੂੰ ਰਾਣੀਆਂ ਵਾਂਗ ਰੱਖਦਾ ਸੀ, ਪਰ ਦੁੱਖ ਇਸ ਗੱਲ ਦਾ ਸੀ ਕਿ ਨਾਲ ਬਾਪੂ ਨਹੀਂ ਸੀ। ਮੇਰੀ ਮਾਂ ਨੇ ਸਾਰੀ ਉਮਰ ਧੰਦਾ ਪਿੱਟਿਆ, ਪਰ ਜਦੋਂ ਸੁੱਖ ਲੈਣ ਦਾ ਟਾਈਮ ਆਇਆ ਤੇ ਉਦੋਂ ਬੇਬੇ ਤੇ ਬਾਪੂ ਦੀ ਜੋੜੀ ਟੁੱਟ ਗਈ।